ਮਾਈ ਡੀਅਰ ਸਟੂਡੈਂਟਸ, ਬੇਟਾ ਜੀ ਅੱਜ ਆਪਾਂ 10th ਕਲਾਸ ਦਾ ਮਾਡਲ ਟੈਸਟ ਪੇਪਰ ਟਰਮ 1 ਦਾ ਕਰਨ ਜਾ ਰਹੇ ਹਾਂ। ਬੇਟਾ ਜੀ ਮੈंने ਗੂਗਲ ਲੈਂਸ ਦੀ ਹੈਲਪ ਨਾਲ ਇਸ ਨੂੰ ਪੰਜਾਬੀ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਮਿਸਟੇਕ ਹੋਣਗੇ ਇਹਦੇ ਵਿੱਚ ਜੋ ਆਪਾਂ ਨਾਲ ਦੀ ਨਾਲ ਕਲੀਅਰ ਕਰ ਲਵਾਂਗੇ। ਠੀਕ ਹੈ ਜੀ, ਚਲੋ ਆਪਾਂ ਸਟਾਰਟ ਕਰਦੇ ਹਾਂ। ਵੀਡੀਓ ਅੱਛੀ ਲੱਗੀ ਤਾਂ ਬੇਟਾ ਲਾਈਕ ਜ਼ਰੂਰ ਕਰ ਦੇਣਾ। ਟਰਮ 1 ਦੇ ਵਿੱਚ ਬੇਟਾ ਸਮਾਂ 1 ਘੰਟੇ ਦਾ ਹੋਏਗਾ ਤੇ ਮੈਕਸਿਮਮ ਨੰਬਰ ਨੇ ਜਿਹੜੇ ਤੁਹਾਡੇ ਵੱਧ ਤੋਂ ਵੱਧ ਅੰਕ ਨੇ ਉਹ 40 ਨੰਬਰ ਦੇ ਹੋਣਗੇ। MCQ ਕੁਐਸਚਨਸ ਹੋਣਗੇ, ਠੀਕ ਹੈ, ਤੇ ਇਹ 40 ਕੁਐਸਚਨਸ ਹੋਣਗੇ। ਚਲੋ ਆਪਾਂ ਸਟਾਰਟ ਕਰਦੇ ਹਾਂ। ਫਸਟ ਹੈ ਹੇਠ ਦਿੱਤੀ ਰਸਾਇਣਿਕ ਪ੍ਰਤੀਕਿਰਿਆ ਦੀ ਕਿਸਮ ਦਾ ਨਾਮ ਦੱਸੋ। ਦੇਖੋ ਕਿਸ ਤਰ੍ਹਾਂ ਦੀ ਰਸਾਇਣਿਕ ਪ੍ਰਤੀਕਿਰਿਆ ਇਹ ਕਾਪਰ ਸਲਫੇਟ ਪਲਸ ਜ਼ਿੰਕ ਸਲਫੇਟ ਪਲਸ ਕਾਪਰ। ਦੇਖੋ ਜ਼ਿੰਕ ਨੇ ਕਾਪਰ ਸਲਫੇਟ ਸੋਲੂਸ਼ਨ ਵਿੱਚੋਂ ਕਾਪਰ ਨੂੰ ਡਿਸਪਲੇਸ ਕਰ ਦਿੱਤਾ, ਠੀਕ ਹੈ, ਹਟਾ ਦਿੱਤਾ ਤਾਂ ਕੀ ਬਣ ਗਿਆ ਆਪਣੇ ਕੋਲ ਜ਼ਿੰਕ ਸਲਫੇਟ ਪਲਸ ਕਾਪਰ। ਠੀਕ ਹੈ, ਤਾਂ ਕਿਹੜੀ ਪ੍ਰਤੀਕਿਰਿਆ ਹੋਗੀ ਬੇਟਾ ਜੀ ਇਹ ਵਿਸਥਾਪਨ ਪ੍ਰਤੀਕਿਰਿਆ। ਠੀਕ ਹੈ ਜੀ, ਬੀ ਆਪਸ਼ਨ ਕਲੀਅਰ ਹੋ ਗਿਆ ਬੇਟਾ ਜੀ। ਕਿਹੜੀ ਪ੍ਰਤੀਕਿਰਿਆ ਹੋਗੀ ਇਹ ਵਿਸਥਾਪਨ ਪ੍ਰਕਿਰਿਆ। ਨੈਕਸਟ ਦੇਖੋ, ਜਦੋਂ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਸਾੜਿਆ ਜਾਂਦਾ ਹੈ ਤਾਂ ਇੱਕ ਚਿੱਟਾ ਪਦਾਰਥ ਪ੍ਰਾਪਤ ਹੁੰਦਾ ਹੈ, ਉਸ ਦਾ ਨਾਮ ਕੀ ਹੈ। ਕੀ ਹੁੰਦਾ ਉਹ ਪਦਾਰਥ ਆਪਣੇ ਕੋਲ ਮੈਗਨੀਸ਼ੀਅਮ ਆਕਸਾਈਡ। ਠੀਕ ਹੈ ਜੀ, ਬੀ ਆਪਸ਼ਨ ਕਲੀਅਰ ਹੋ ਗਿਆ ਬੇਟਾ ਜੀ। ਨੈਕਸਟ ਦੇਖੋ, ਕੀ ਹੁੰਦਾ ਹੈ ਜਦੋਂ ਪਤਲੇ ਹਾਈਡਰੋਕਲੋਰਿਕ ਐਸਿਡ ਨੂੰ ਆਇਰਨ ਫਿਲਿੰਗ ਵਿੱਚ ਜੋੜਿਆ ਜਾਂਦਾ ਹੈ। ਸਹੀ ਤੇ ਨਿਸ਼ਾਨ ਲਗਾਓ। ਇਹਦਾ ਆਨਸਰ ਹੈ ਬੇਟਾ ਜੀ, ਦੇਖੋ ਜਦੋਂ ਹਾਈਡਰੋਕਲੋਰਿਕ ਐਸਿਡ ਨੂੰ HCl ਨੂੰ ਆਇਰਨ ਮਤਲਬ Fe ਨਾਲ ਕੰਬਾਈਨ ਕਰਦੇ ਹਾਂ ਤਾਂ ਕੀ ਪੈਦਾ ਹੁੰਦਾ ਬੇਟਾ ਜੀ। ਥਰਡ ਦਾ ਆਨਸਰ ਹੈ ਆਪਣੇ ਕੋਲ A, ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਹਨ। ਠੀਕ ਹੈ ਜੀ, ਕੀ ਬਣਦਾ ਆਪਣੇ ਕੋਲ ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਹਨ। ਕਲੀਅਰ ਹੋ ਗਏ ਬੇਟਾ ਜੀ। ਨੈਕਸਟ ਦੇਖੋ, ਪਾਣੀ ਦੇ ਇਲੈਕਟ੍ਰੋਲਾਈਸਿਸ ਦੀ ਪ੍ਰਤੀਕਿਰਿਆ ਵਿੱਚ ਆਕਸੀਜਨ ਅਤੇ ਗੈਸਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕਿਹੜੀਆਂ ਗੈਸਾਂ ਪ੍ਰਾਪਤ ਹੁੰਦੀਆਂ ਨੇ, ਇੱਕ ਤਾਂ ਆਕਸੀਜਨ ਹੋ ਗਈ। ਦੇਖੋ ਬੇਟਾ ਇਨ ਦਿਸ ਚੈਂਬਰ ਦੇਖੋ, ਇੱਕ ਤਾਂ ਆਕਸੀਜਨ ਪ੍ਰਾਪਤ ਹੁੰਦੀ ਹੈ ਅਤੇ ਦੂਜੀ ਗੈਸ ਕਿਹੜੀ ਪ੍ਰਾਪਤ ਹੁੰਦੀ ਹੈ ਆਪਣੇ ਕੋਲ ਇਹਦੇ ਵਿੱਚ ਹਾਈਡਰੋਜਨ ਗੈਸ। ਠੀਕ ਹੈ ਜੀ, ਸੀ ਆਪਸ਼ਨ। ਜਦੋਂ ਪਾਣੀ ਬ੍ਰੇਕ ਹੁੰਦਾ, ਵਾਟਰ ਬ੍ਰੇਕ ਹੁੰਦਾ, ਜਿਵੇਂ ਮੰਨ ਲਓ 2H2O 2 ਮੋਲੀਕਿਊਲਸ ਕੀ ਬਣ ਗਿਆ ਆਪਣੇ ਕੋਲ ਹਾਈਡਰੋਜਨ ਗੈਸ 2H2 ਪਲਸ O2। ਠੀਕ ਹੈ ਜੀ। ਨੈਕਸਟ ਦੇਖੋ, ਚੂਨੇ ਦੇ ਪਾਣੀ ਦਾ ਰਸਾਇਣਿਕ ਫਾਰਮੂਲਾ ਕੀ ਹੈ। ਚੂਨੇ ਦੇ ਪਾਣੀ ਦਾ ਰਸਾਇਣਿਕ ਫਾਰਮੂਲਾ ਕੀ ਹੁੰਦਾ ਬੇਟਾ ਜੀ ਆਪਣੇ ਕੋਲ ਕੈਲਸ਼ੀਅਮ ਹਾਈਡਰੋਕਸਾਈਡ ਮੀਨਸ A ਆਪਸ਼ਨ। ਠੀਕ ਹੈ ਜੀ। ਨੈਕਸਟ ਦੇਖੋ, ਆਧੁਨਿਕ ਆਵਰਤੀ ਸਾਰਣੀ ਵਿੱਚ ਪਹਿਲੇ 10 ਤੱਤਾਂ ਵਿੱਚੋਂ ਕਿਹੜੀਆਂ ਤੱਤ ਹਨ। ਫਸਟ ਹੈ ਸੋਡੀਅਮ ਮੈਗਨੀਸ਼ੀਅਮ, ਸੈਕਿੰਡ ਜ਼ਿੰਕ ਕਾਪਰ। ਸੀ ਆਪਸ਼ਨ ਦੇ ਵਿੱਚ ਬੇਟਾ ਜੀ ਇੱਥੇ ਲੀਥੀਅਮ ਲਿਖਿਆ ਹੋਇਆ, ਠੀਕ ਹੈ, Li ਅਤੇ ਬੈਰੀਲੀਅਮ Be ਅਤੇ ਡੀ ਆਪਸ਼ਨ 'ਚ ਹੈ ਆਪਣੇ ਕੋਲ ਪੋਟਾਸ਼ੀਅਮ K ਅਤੇ ਕੈਲਸ਼ੀਅਮ Ca। ਠੀਕ ਹੈ ਜੀ, ਇਹਦੇ ਵਿੱਚ ਆਪਣਾ ਆਨਸਰ ਕੀ ਆ ਸੀ ਆਪਸ਼ਨ ਲੀਥੀਅਮ ਅਤੇ ਬੈਰੀਲੀਅਮ। ਕਲੀਅਰ ਹੋ ਗਿਆ ਜੀ। ਨੈਕਸਟ ਦੇਖੋ, ਵਰਗੀਕਰਨ ਦਾ ਕਿਹੜਾ ਨਿਯਮ ਅਸ਼ਟਾਂ ਦਾ ਕਾਨੂੰਨ ਵਜੋਂ ਜਾਣਿਆ ਜਾਂਦਾ ਹੈ। ਅਸ਼ਟ ਨਿਯਮ, ਠੀਕ ਹੈ, ਪੰਜਾਬੀ 'ਚ ਕੀ ਬੋਲਦੇ ਸੀ ਆਪਾਂ ਅਸ਼ਟ ਨਿਯਮ। ਉਹ ਕਿਹੜਾ ਹੁੰਦਾ ਬੇਟਾ ਆਪਣੇ ਕੋਲ, ਇਹਦਾ ਆਨਸਰ ਕੀ ਹੈ ਆਪਣੇ ਕੋਲ ਬੀ ਨਿਊਲੈਂਡ ਦਾ ਕਾਨੂੰਨ, ਨਿਊਲੈਂਡ ਦਾ ਨਿਯਮ। ਠੀਕ ਹੈ ਜੀ। ਨੈਕਸਟ, ਕਿਸੇ ਤੱਤ ਦੀ ਇਲੈਕਟ੍ਰੋਨਿਕ ਸੰਰਚਨਾ 287 ਹੈ, ਇਸ ਤੱਤ ਦਾ ਪਰਮਾਣੂ ਸੰਖਿਆ ਕੀ ਹੈ। ਕੀ ਕਰਾਂਗੇ ਬੇਟਾ ਆਪਾਂ ਐਡ 2 + 8 + 7 ਕਿੰਨਾ ਬਣ ਗਿਆ ਆਪਣੇ ਕੋਲ 17। ਜਦੋਂ ਪਰਮਾਣੂ ਸੰਖਿਆ ਕੱਢਦੇ ਹਾਂ ਆਪਾਂ ਤਾਂ ਕੀ ਕਰਦੇ ਹੁੰਦੇ ਆਪਾਂ ਇਹਨਾਂ ਨੂੰ ਬੇਟਾ ਜੀ ਐਡ। ਠੀਕ ਹੈ ਜੀ, ਤਾਂ ਆਪਣਾ ਆਨਸਰ ਆ ਗਿਆ ਸੀ ਆਪਸ਼ਨ। ਇਹ ਫਸਟ ਸੈੱਲ 'ਚ ਇਲੈਕਟ੍ਰੋਨ ਨੇ, ਸੈਕਿੰਡ ਦੇ ਵਿੱਚ, ਇਹ ਥਰਡ ਦੇ ਵਿੱਚ। ਨੈਕਸਟ ਵਨ, ਉਸ ਸਮੂਹ ਦੀ ਪਹਿਚਾਣ ਕਰੋ ਜੋ ਡੋਬਰ ਦੀ ਤਿਕੋਣੀ ਤਿੱਕੜੀ ਨਹੀਂ ਹੈ। ਠੀਕ ਹੈ ਜੀ, ਕਿਹੜੀ ਤਿੱਕੜੀ ਨਹੀਂ ਹੈਗੀ ਡਬਨਰ ਦੀ ਬੇਟਾ ਜੀ। ਇਹਦੇ ਵਿੱਚ ਹੈ ਆਪਣੇ ਕੋਲ, ਆਪਾਂ ਚੈੱਕ ਕਰਦੇ ਹਾਂ, ਜਿਹੜੀ ਬੇਟਾ ਫਸਟ ਆਪਸ਼ਨ ਹੈ ਆਪਣੇ ਕੋਲ, ਇਹਨੂੰ ਬੇਟਾ ਤੁਸੀਂ ਲਿਖਣਾ ਲਿਥੀਅਮ, ਇਹ ਹੈ ਆਪਣੇ ਕੋਲ ਲਿਥੀਅਮ, ਸੋਡੀਅਮ, ਠੀਕ ਹੈ ਜੀ,
ਤੇ ਪੋਟਾਸ਼ੀਅਮ। ਆਪਾਂ ਦੇਖਦੇ ਹਾਂ ਡਾਬਰੇ ਤਿਕੜੀ ਦੇ ਵਿੱਚ ਕਿਹੜੀ ਨਹੀਂ ਹੈ। ਕਿਵੇਂ ਚੈੱਕ ਕਰਦੇ ਹੁੰਦੇ ਬੇਟਾ ਜੀ ਆਪਾਂ ਇਹਨਾਂ ਦੇ ਪਹਿਲਾਂ ਆਪਾਂ ਅਟੋਮਿਕ ਮਾਸ ਲਿਖਦੇ ਹਾਂ। ਠੀਕ ਹੈ, ਲਿਥੀਅਮ ਦਾ ਕਿੰਨਾ ਹੁੰਦਾ ਆਪਣੇ ਕੋਲ 7 ਪਰਮਾਣੂ ਪੁੰਜ, ਸੋਡੀਅਮ ਦਾ ਕਿੰਨਾ ਹੁੰਦਾ ਆਪਣੇ ਕੋਲ 23, ਪੋਟਾਸ਼ੀਅਮ ਦਾ ਕਿੰਨਾ ਹੁੰਦਾ 39। ਇਹਨਾਂ ਦੋਨਾਂ ਨੂੰ ਐਡ ਕਰੋ, ਕਿੰਨਾ ਬਣ ਗਿਆ 7 + 39 ਤੇ 2 ਤੇ ਡਿਵਾਈਡ ਕਰੋ, ਕਿੰਨਾ ਆ ਗਿਆ ਆਪਣੇ ਕੋਲ ਦੇਖੋ 46 ਡਿਵਾਈਡਡ ਬਾਈ 2 = 23 ਵਿਚ ਇਜ਼ ਇਕੁਅਲ ਟੂ ਸੋਡੀਅਮ। ਠੀਕ ਹੈ, ਸੋਡੀਅਮ ਦੇ ਬਰਾਬਰ ਆ। ਠੀਕ ਹੈ, ਉਹਦੇ ਪਰਮਾਣੂ ਪੁੰਜ ਦੇ ਕੀ ਆ ਬਰਾਬਰ। ਇਟ ਮੀਨਸ ਡੋਬਲੇਟ ਤੱਕੜੀ ਬੇਟਾ ਇਹ ਹੈਗੀ ਆ। ਨੈਕਸਟ ਚੈੱਕ ਕਰੋ ਬੈਰੀਲੀਅਮ। ਬੈਰੀਲੀਅਮ ਦਾ ਪਰਮਾਣੂ ਪੁੰਜ ਕਿੰਨਾ ਹੁੰਦਾ ਆਪਣੇ ਕੋਲ 9। ਮੈਗਨੀਸ਼ੀਅਮ ਦਾ ਕਿੰਨਾ ਹੁੰਦਾ ਆਪਣੇ ਕੋਲ 24 ਤੇ ਬੇਟਾ ਕ੍ਰੋਮੀਅਮ ਦਾ ਕਿੰਨਾ ਹੁੰਦਾ ਆਪਣੇ ਕੋਲ 52। ਇਹਨਾਂ ਦੋਨਾਂ ਨੂੰ ਐਡ ਕਰੋ, ਸੇਮ ਉਹਦੇ 9 + 52 ਡਿਵਾਈਡਡ ਬਾਈ 2। ਇਹ ਬਣ ਗਿਆ ਆਪਣੇ ਕੋਲ 61 ਡਿਵਾਈਡਡ ਬਾਈ 2 ਕਿੰਨਾ ਆ ਗਿਆ ਆਪਣੇ ਕੋਲ 30.5 ਵਿਚ ਇਜ਼ ਨਾਟ ਇਕੁਅਲ ਟੂ 24। ਠੀਕ ਹੈ, ਤੇ ਨੇੜੇ ਤੇੜੇ ਵੀ ਨਹੀਂ ਹੈਗਾ। ਇਟ ਮੀਨਸ ਬੇਟਾ ਬੀ ਹੈ ਜਿਹੜੀ ਆਪਸ਼ਨ ਆ ਉਹ ਡੋਬਲੇਟ ਤੱਕੜੀ ਨਹੀਂ ਹੈ। ਠੀਕ ਹੈ ਜੀ, ਬੀ ਆਪਸ਼ਨ। ਨੈਕਸਟ ਦੇਖੋ, ਨੈਕਸਟ ਹੈ ਕਿਸੇ ਵਸਤੂ ਨੂੰ ਅਵਤਲ ਸ਼ੀਸ਼ੇ ਦੇ ਸਾਹਮਣੇ ਕਿੱਥੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਬਣਾਈ ਗਈ ਤਸਵੀਰ ਆ ਵਰਚੁਅਲ। ਵਰਚੁਅਲ ਨੂੰ ਕੀ ਬੋਲਦੇ ਬੇਟਾ ਜੀ ਆਪਾਂ ਆਭਾਸੀ। ਠੀਕ ਹੈ, ਆਭਾਸੀ ਪੰਜਾਬੀ ਦੇ ਵਿੱਚ ਅਤੇ ਖੜੀ ਹੋਵੇ ਮਤਲਬ ਸਿੱਧੀ ਹੋਵੇ। ਆਭਾਸੀ ਤੇ ਸਿੱਧਾ ਪ੍ਰਤੀਬਿੰਬ ਕਦੋਂ ਬਣਦਾ ਹੁੰਦਾ? ਆ ਦੇਖੋ ਡਾਇਗ੍ਰਾਮ ਬਣੀ ਹੋਈ ਹੈ ਬੇਟਾ ਜੀ। ਵਸਤੂ ਦੇਖੋ ਕਿੱਥੇ ਹੋਣੀ ਚਾਹੀਦੀ ਆ। ਡਾਇਗ੍ਰਾਮ 'ਚ ਬੇਟਾ ਬਿਲਕੁਲ ਕਲੀਅਰ ਲਿਖਿਆ ਹੋਇਆ, ਦੇਖੋ ਧਿਆਨ ਨਾਲ। ਦਿਸ ਵਨ F, ਦਿਸ ਵਨ P। ਦੇਖੋ ਜਿਹੜੀ ਵਸਤੂ ਆ ਜਿਹੜੀ ਬੇਟਾ ਦਿਸ ਵਨ ਜਿਹੜਾ ਪ੍ਰਤੀਬਿੰਬ ਬਣਿਆ ਹੋਇਆ, ਦਿਸ ਵਨ ਸਿੱਧਾ ਆ ਤੇ ਪ੍ਰਤੀਬਿੰਬ ਦੇ ਪਿੱਛੇ ਆ। ਠੀਕ ਹੈ ਜੀ, ਇਟ ਮੀਨਸ ਇਹ ਕਿਹੜੀ ਹੈ ਆਪਣੇ ਕੋਲ ਇਹ ਵਰਚੁਅਲ। ਠੀਕ ਹੈ, ਆਭਾਸੀ ਹੈ ਬੇਟਾ ਜੀ। ਤੇ ਦੇਖੋ ਵਸਤੂ ਕਿੱਥੇ ਰੱਖੀ ਹੋਈ ਆ F ਤੇ P ਦੇ ਵਿਚਕਾਰ। ਕਲੀਅਰ ਹੋ ਗਿਆ ਜੀ। ਦੇਖੋ ਆਪਸ਼ਨ 'ਚ ਕਿਹੜੀ ਹੈ ਆਪਣੇ ਕੋਲ F ਤੇ P। F ਕੀ ਹੁੰਦਾ ਫੋਕਸ, P ਕੀ ਆ ਪੋਲ। ਨੈਕਸਟ ਦੇਖੋ, ਤੁਸੀਂ ਸ਼ੀਸ਼ੇ ਤੋਂ ਭਾਵੇਂ ਕਿੰਨੀ ਵੀ ਦੂਰ ਖੜੇ ਹੋਵੋ ਤੁਹਾਡੀ ਤਸਵੀਰ ਸਿੱਧੀ ਦਿਖਾਈ ਦਿੰਦੀ ਹੈ। ਸ਼ੀਸ਼ਾ ਹੋਣ ਦੀ ਕੀ ਸੰਭਾਵਨਾ ਹੈ? ਠੀਕ ਹੈ, ਤੁਸੀਂ ਜਿੱਥੇ ਮਰਜ਼ੀ ਖੜੇ ਹੋਵੋ ਤੁਹਾਡੀ ਤਸਵੀਰ ਹਮੇਸ਼ਾ ਸਿੱਧੀ ਦਿਖਾਈ ਹੋ ਸਕਦੀ ਹੈ। ਕੀ ਸੰਭਾਵਨਾ ਹੁੰਦੀ ਹੈ ਬੇਟਾ ਜੀ? ਜਾਂ ਤਾਂ ਉਹ ਸਮਤਲ ਹੋਏਗਾ ਜਾਂ ਉਹ ਕੀ ਹੋਏਗਾ ਕਨਵੈਕਸ। ਕਨਵੈਕਸ ਨੂੰ ਪੰਜਾਬੀ 'ਚ ਆਪਾਂ ਕੀ ਬੋਲਦੇ ਹਾਂ? ਉੱਤਲ। ਠੀਕ ਹੈ ਜੀ, ਇੱਥੇ ਵੀ ਬੇਟਾ ਉੱਤਲ ਲਿਖਣਾ। ਇੱਥੇ ਹੈ ਆਪਸ਼ਨ ਆਪਣੇ ਕੋਲ ਸਮਤਲ ਦੀ, ਕੇਵਲ ਸਮਤਲ। ਮੈਂ ਨਾਲ ਦੀ ਨਾਲ ਬੇਟਾ ਕੁਛ ਕਰੈਕਸ਼ਨ ਕਰ ਰਹੀ ਹਾਂ। ਕੇਵਲ ਸਮਤਲ, ਕੇਵਲ ਅਵਤਲ, ਕੇਵਲ ਉੱਤਲ। ਇੱਥੇ ਹੈਗਾ ਬੇਟਾ ਜਾਂ ਸਮਤਲ ਜਾਂ ਉੱਤਲ। ਮੀਨਸ ਕਿਹੜੀ ਆਪਸ਼ਨ ਆਉਗੀ ਆਪਣੇ ਕੋਲ? ਡੀ ਆਪਸ਼ਨ। ਕਲੀਅਰ ਹੋ ਗਏ ਬੇਟਾ ਜੀ। ਨੈਕਸਟ ਦੇਖੋ, ਅੰਮ੍ਰਿਤਾ ਦੇਵੀ ਬਿਸ਼ਨੋਈ ਨੇ ਆਪਣੀ ਜਾਨ ਦੀ ਰਾਖੀ ਲਈ ਕੁਰਬਾਨੀ ਦਿੱਤੀ। ਕਿਹਦੀ ਬੇਟਾ? ਕੇਜਰੀ ਦੇ ਰੁੱਖ। ਮੀਨਸ 12ਵੇਂ ਦਾ ਆਂਸਰ ਕੀ ਹੈ ਆਪਣੇ ਕੋਲ? ਬੀ। ਨੈਕਸਟ, ਇੱਕ ਕਨਕੇਵ ਲੈਂਸ। ਕਨਕੇਵ ਕੀ ਹੁੰਦਾ ਬੇਟਾ ਆਪਣੇ ਕੋਲ? ਅਵਤਲ। ਪੰਜਾਬੀ 'ਚ ਇਹਨੂੰ ਕੀ ਲਿਖਾਂਗੇ ਆਪਾਂ? ਅਵਤਲ। ਇੱਕ ਕਨਕੇਵ ਲੈਂਸ ਦੇ ਡਾਇਆਮੀਟਰ ਵਿੱਚ ਪਾਵਰ ਲੱਭੋ। ਪਾਵਰ ਮੀਨਸ ਸ਼ਕਤੀ। ਠੀਕ ਹੈ, ਪਾਵਰ ਮੀਨਸ ਸ਼ਕਤੀ ਆਪਾਂ ਇਹਦੀ ਫਾਈਂਡ ਆਊਟ ਕਰਨੀ ਆ, ਲੱਭਣੀ ਆ। ਫੋਕਲ ਲੰਬਾਈ ਕਿੰਨੀ ਇੱਥੇ ਹੋਈ ਆਪਾਂ ਨੂੰ ਬੇਟਾ ਜੀ? 2 ਮੀਟਰ। ਹੁਣ ਦੇਖੋ ਅਵਤਲ ਸ਼ਕਤੀ ਨੂੰ ਆਪਾਂ ਕਿਹਦੇ ਨਾਲ ਲਿਖਦੇ ਹਾਂ? ਸ਼ਕਤੀ ਨੂੰ ਕਿਹਦੇ ਨਾਲ ਡਿਨੋਟ ਕਰਦੇ ਹਾਂ ਆਪਾਂ? P ਨਾਲ। ਕੀ ਫਾਰਮੂਲਾ ਹੁੰਦਾ? 1/F ਮੀਟਰ। ਜਿਹੜਾ ਅਵਤਲ ਲੈਂਸ ਹੈ ਬੇਟਾ ਉਹਦੀ ਜਿਹੜੀ ਫੋਕਲ ਹੁੰਦੀ ਆ, ਫੋਕਲ ਲੰਬਾਈ ਕਿੰਨੀ ਹੁੰਦੀ ਆਪਣੇ ਕੋਲ? ਨੈਗੇਟਿਵ। ਇਹਦੀ ਵੈਲਿਊ ਪੁੱਟ ਕਰ ਦਿਓ 1/-2 ਆ ਜਾਏਗਾ ਕਿਉਂਕਿ ਮੀਟਰ 'ਚ ਸਿੱਧਾ ਪੁੱਟ ਕਰਤਾ। ਡਿਵਾਈਡ ਕਰਕੇ ਕਿੰਨਾ ਆ ਗਿਆ? -0.5। ਤਾਂ ਆਪਣੀ ਆਪਸ਼ਨ ਕਿਹੜੀ ਆ ਗਈ ਬੇਟਾ ਜੀ? ਬੀ ਆਪਸ਼ਨ। ਕਲੀਅਰ ਹੋ ਗਏ ਬੇਟਾ? ਮੈਂ ਕੋਸ਼ਿਸ਼ ਕਰਦੀ ਸਾਰੇ ਕਲੀਅਰ ਕਰਨ ਦੀ। ਨੈਕਸਟ ਹੈ ਕਨਵੈਕਸ ਲੈਂਸ ਦੀ ਫੋਕਲ ਲੰਬਾਈ ਹੁੰਦੀ ਹੈ ਕਨਵੈਕਸ। ਕਨਵੈਕਸ ਨੂੰ ਪੰਜਾਬੀ 'ਚ ਆਪਾਂ ਕੀ ਲਿਖਦੇ ਹਾਂ? ਉੱਤਲ। ਜਿਹੜਾ ਉੱਤਲ ਲੈਂਸ ਆ
ਉਹਦੀ ਫੋਕਲ ਲੰਬਾਈ ਕੀ ਹੁੰਦੀ ਹੈ ਆਪਣੇ ਕੋਲ, ਫੋਕਲ ਲੰਬਾਈ ਨੂੰ ਕੀ ਬੋਲਦੇ ਆਪਾਂ, ਫੋਕਸ ਦੂਰੀ। ਠੀਕ ਹੈ ਜੀ, ਪੰਜਾਬੀ 'ਚ ਕੀ ਲਿਖਦੇ ਇਹਨੂੰ ਆਪਾਂ, ਫੋਕਸ ਦੂਰੀ। ਫੋਕਲ ਲੰਬਾਈ ਨੂੰ ਕੀ ਹੁੰਦੇ ਬੇਟਾ ਆਪਣੇ ਕੋਲ, 14 ਦਾ ਆਂਸਰ ਕੀ ਆਪਣੇ ਕੋਲ, ਏ ਸਕਾਰਾਤਮਕ ਮੀਨਸ ਪੋਜ਼ਿਟਿਵ। ਠੀਕ ਹੈ, ਇਹਨੂੰ ਲਿਖਦੇ ਹੁੰਦੇ ਬੇਟਾ ਆਪਾਂ ਪੋਜ਼ਿਟਿਵ, ਨਕਾਰਾਤਮਕ ਮਤਲਬ ਨੈਗੇਟਿਵ ਹੋ ਗਈ, 0 ਇਹਨਾਂ ਵਿੱਚੋਂ ਕੋਈ ਨਹੀਂ। ਨੈਕਸਟ ਬੇਟਾ ਜੀ, ਮਨੁੱਖੀ ਅੱਖ ਕਿਸੇ ਵਸਤੂ ਦਾ ਚਿੱਤਰ ਬਣਾਉਂਦੀ ਹੈ, ਕਿੱਥੇ ਬਣਾਉਂਦੀ ਹੁੰਦੀ ਹੈ, ਰੈਟੀਨਾ 'ਤੇ। ਠੀਕ ਹੈ, ਤਾਂ ਸਭ ਨੂੰ ਕਲੀਅਰ ਹੋਏਗਾ। ਨੈਕਸਟ ਦੇਖੋ, ਮਨੁੱਖੀ ਅੱਖ ਦੇ ਲੈਂਸ ਦੀ ਫੋਕਲ ਲੰਬਾਈ ਮੀਨਸ ਫੋਕਸ ਦੂਰੀ ਨੂੰ ਅਨੁਕੂਲ ਕਰਕੇ ਵੱਖ-ਵੱਖ ਦੂਰੀਆਂ 'ਤੇ ਵਸਤੂਆਂ ਨੂੰ ਫੋਕਸ ਕਰ ਸਕਦੀ ਹੈ। ਉਹਨੂੰ ਆਪਾਂ ਕੀ ਬੋਲਦੇ ਹਾਂ, ਅਕਮੋਡੇਸ਼ਨ। ਇੱਥੇ ਬੇਟਾ ਕੀ ਆਊਗਾ, ਅਕਮੋਡੇਸ਼ਨ। ਅਕਮੋਡੇਸ਼ਨ। ਠੀਕ ਹੈ, ਬਾਕੀ ਬੇਟਾ ਪੰਜਾਬੀ ਦੇ ਵਿੱਚ ਤੁਸੀਂ ਦੇਖ ਲਿਓ ਉਹਨੂੰ ਕੀ ਬੋਲਦੇ ਆ, ਅਕਮੋਡੇਸ਼ਨ ਨੂੰ। ਆਪਣੀ ਬੁੱਕ ਦੇ ਵਿੱਚ ਇਹਦੀ ਆਪਸ਼ਨ ਆਏਗੀ ਬੀ। ਨੈਕਸਟ ਦੇਖੋ, ਮਨੁੱਖੀ ਅੱਖ ਦੇ ਦਿੱਤੇ ਚਿੱਤਰ ਵਿੱਚ ਭਾਗ ਡੀ ਨੂੰ ਲੇਬਲ ਕਰੋ। ਜਿਹੜਾ ਡੀ ਭਾਗ ਆ ਇਹ ਕੀ ਹੁੰਦਾ ਆ, ਠੀਕ ਹੈ, ਦਿਸ ਵਨ। ਇਹਨੂੰ ਆਪਾਂ ਕੀ ਬੋਲਦੇ ਆ, ਡੀ ਭਾਗ ਨੂੰ ਆਇਰਸ। ਠੀਕ ਹੈ ਜੀ, ਬੀ ਆਪਸ਼ਨ। ਨੈਕਸਟ ਵਨ, ਸਧਾਰਨ ਦ੍ਰਿਸ਼ਟੀ ਵਾਲੇ ਨੌਜਵਾਨ ਬਾਲਕ ਲਈ ਵੱਖਰੀ ਨਜ਼ਰ ਦੀ ਸਭ ਤੋਂ ਘੱਟ ਦੂਰੀ ਲਗਭਗ ਹੈ। ਸਭ ਤੋਂ ਘੱਟ ਦੂਰੀ ਵਾਲੀ ਕਿੰਨੀ ਹੁੰਦੀ ਬੇਟਾ ਜੀ, 18 ਦਾ ਆਂਸਰ ਹੈ ਆਪਣੇ ਕੋਲ ਸੀ, 25 ਸੈਂਟੀਮੀਟਰ। ਨੈਕਸਟ ਵਨ, ਹੇਠ ਦਿੱਤੇ ਸਾਧਨ ਦੀ ਪਛਾਣ ਕਰੋ। ਇਹ ਕੀ ਚੀਜ਼ ਬਣੀ ਹੋਈ ਬੇਟਾ ਜੀ, ਦੇਖੋ ਇਹ ਲਪੇਟੇ ਹੋਏ ਦੇਖੋ ਵਾਇਰਸ ਦੇ ਆਲੇ ਦੁਆਲੇ, ਇਹਨੂੰ ਕੀ ਬੋਲਦੇ ਆਪਾਂ, ਸੋਲੇਨਾਇਡ, ਡੀ ਆਪਸ਼ਨ। ਠੀਕ ਹੈ ਜੀ। ਨੈਕਸਟ, ਹੇਠਾਂ ਦਿੱਤੇ ਸ਼ਬਦਾਂ ਵਿੱਚ ਕਿਹੜਾ ਇੱਕ ਸਰਕਟ ਵਿੱਚ ਬਿਜਲੀ ਸ਼ਕਤੀ ਨੂੰ ਨਹੀਂ ਦਰਸਾਉਂਦਾ। ਬਿਜਲੀ ਸ਼ਕਤੀ ਦਾ ਫਾਰਮੂਲਾ ਕੀ ਹੁੰਦਾ, ਇਹਨੂੰ ਕਿਵੇਂ ਨੋਟ ਕਰਦੇ ਆ, ਪੀ ਨਾਲ। ਫਾਰਮੂਲਾ ਹੁੰਦਾ V/I। ਇੱਕ ਆਪਣੇ ਅਕੋਰਡਿੰਗ ਟੂ ਓਹਮਿਜ਼ਮ ਆਪਣੇ ਕੋਲ ਫਾਰਮੂਲਾ ਹੁੰਦਾ ਬੇਟਾ ਜੀ V=IR। ਦੇਖੋ ਕਿਹੜੀ ਆਪਸ਼ਨ ਨਹੀਂ ਬਣਦੀ, P=VI। ਇਹ ਤਾਂ ਠੀਕ ਹੈ, ਠੀਕ ਹੈ, ਟਰੂ ਆ ਬੇਟਾ। ਨੈਕਸਟ ਦੇਖੋ, V ਦੀ ਵੈਲਿਊ 'ਚ ਪੁੱਟ ਕਰੋ, P=IR × I। ਕਿੰਨਾ ਬਣ ਗਿਆ ਆਪਣੇ ਕੋਲ, I²R ਮੀਨਸ ਆ ਆਪਸ਼ਨ ਵੀ ਸਹੀ ਆ। ਨੈਕਸਟ ਤੁਸੀਂ I ਦੀ ਵੈਲਿਊ ਕੱਢ ਕੇ ਪੁੱਟ ਕਰ ਸਕਦੇ ਹੋ। I ਕਿੰਨਾ ਬਣੂਗਾ, V/R। ਠੀਕ ਹੈ, ਤਾਂ P ਕਿੰਨਾ ਬਣ ਗਿਆ ਆਪਣੇ ਕੋਲ, V। I ਦੀ ਵੈਲਿਊ ਪੁੱਟ ਕਰਤੀ V/R, ਇਹ ਬਣ ਗਿਆ V²/R। ਇਟ ਮੀਨਸ ਆ ਆਪਸ਼ਨ ਵੀ ਸਹੀ ਆ। ਦਿਸ ਆਪਸ਼ਨ ਇਜ਼ ਰੋਂਗ। ਇਹ ਕੀ ਲਿਖਿਆ ਹੋਇਆ, IR²। ਠੀਕ ਹੈ, ਉਹਨੇ ਪੁੱਛਿਆ ਕਿਹੜੀ ਸ਼ਕਤੀ ਨਹੀਂ ਦਰਸਾਉਂਦਾ, ਕੌਣ ਨਹੀਂ ਦਰਸਾਉਂਦਾ ਬੇਟਾ ਜੀ, ਬੀ ਆਪਸ਼ਨ। ਨੈਕਸਟ, ਬਰਾਬਰ ਪ੍ਰਤੀਰੋਧ ਵਾਲੇ ਲੱਭੋ ਜਦੋਂ ਪ੍ਰਤੀਰੋਧ 3 ਓਹਮ, ਇਹ 30 ਲੱਗਦਾ ਨਾ ਬੇਟਾ, ਇੱਥੇ 3 ਓਹਮ ਆ, ਐਂਡ 6 ਓਹਮ ਦੇ ਰਜਿਸਟਰ ਸਮਾਂਤਰ ਵਿੱਚ ਜੁੜੇ ਹੁੰਦੇ ਹਨ। ਦੇਖੋ ਮੰਨ ਲਓ 2 ਰਜਿਸਟਰ ਨੇ ਇਹ, ਠੀਕ ਹੈ, ਇਹਨੂੰ ਆਪਾਂ ਸਮਾਂਤਰ ਜੋੜਤਾ R1 ਐਂਡ R2। ਆਪਣੇ ਕੋਲ ਜੋ ਸਮਾਂਤਰ ਜੋੜਦੇ ਆ ਤਾਂ ਕੀ ਫਾਰਮੂਲਾ ਆਉਂਦਾ ਡਿਸਟੈਂਸ ਦਾ, 1/R = 1/R1 + 1/R2। ਠੀਕ ਹੈ, 1/R1, R1 ਕਿੰਨਾ ਆਪਣੇ ਕੋਲ 3 + 1/R2 ਕਿੰਨਾ ਆਪਣੇ ਕੋਲ 6। ਬਟਰਫਲਾਈ ਮੈਥਡ ਲਗਾ ਲਓ, 18 ਇੱਥੇ ਕਿੰਨਾ ਆ ਗਿਆ, 6 + 3, 9/18। ਇਹ ਕੈਂਸਲ ਆਊਟ ਹੋ ਗਿਆ, 1/2। ਇਹਦਾ ਮਤਲਬ 1/R = 1/2। ਇਹਨੂੰ ਕ੍ਰੋਸ ਆਊਟ ਕਰ ਦਿਓ, R ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, 2 ਓਮ। ਠੀਕ ਹੈ ਜੀ, ਤਾਂ ਆਪਣਾ ਆਂਸਰ ਕਿੰਨਾ ਆ ਗਿਆ, 2 ਓਹਮ ਮੀਨਸ ਦਿਸ ਵਨ। ਇਹ ਬੇਟਾ 2 ਓਹਮ ਹੀ ਲਿਖਿਆ ਹੋਇਆ, ਇਹ ਸਾਰੇ ਪਿੱਛੇ 0 ਨਹੀਂ ਹੈਗੇ, ਇੱਥੇ ਓਮ ਪਾ ਲੈਣਾ ਤੁਸੀਂ ਨੇ। ਠੀਕ ਹੈ ਜੀ। ਨੈਕਸਟ ਦੇਖੋ, ਬਿਜਲੀ ਦੀ ਵਪਾਰੀ ਇਕਾਈ kWh ਜੂਲ ਵਿੱਚ 1 kWh ਦਾ ਮੁੱਲ ਕੀ ਹੈ। ਆਪਾਂ ਨੇ ਬੇਟਾ ਜੂਲ 'ਚ 1 kWh ਨੂੰ ਆਪਾਂ ਕਨਵਰਟ ਕਰਨਾ ਆ। ਦੇਖੋ ਕਿੱਦਾਂ ਕਰਾਂਗੇ ਆਪਾਂ, 1 kW ਔਰ = 1 kW × 1 ਆਵਰ। 1 ਕਿਲੋਵਾਟ 'ਚ ਕਿੰਨੇ ਵਾਟ ਹੁੰਦੇ ਨੇ, 1000 ਵਾਟ। 1 ਆਵਰ 'ਚ ਕਿੰਨੇ ਸੈਕਿੰਡ ਹੁੰਦੇ ਨੇ, 3600 ਸੈਕਿੰਡ। ਠੀਕ ਹੈ ਜੀ, ਇਹਨੂੰ ਮਲਟੀਪਲਾਈ ਕਰੋ, 3600 1 2 3 ਜ਼ੀਰੋਸ ਨਾਲ ਬਣ ਗਿਆ, ਇਹ ਕੀ ਬਣ ਗਿਆ, ਵਾਟ ਸੈਕਿੰਡ ਦਾ
ਜਾਊਲ। ਇਹਨੂੰ ਆਪਾਂ ਲਿਖ ਸਕਦੇ ਹਾਂ 3.6 इंटू 10⁻⁶ ठीक है ਜਾਊਲ। ਇਹ ਆਪਸ਼ਨ ਬੇਟਾ ਜੀ ए ਆਪਸ਼ਨ ਹੈ, ਇਹਨੂੰ ਸਹੀ ਕਰ ਲਿਓ। ਇੱਥੇ ਲਿਖਿਆ ਹੋਇਆ 3.6 इंटू 10⁻⁶ ਜਾਊਲ। ਕਲੀਅਰ ਹੋ ਗਿਆ। ਜਿੱਥੇ ਜੇ ਪਾਇਆ ਬੇਟਾ ਉਹ ਜਾਊਲ। ਨੈਕਸਟ ਦੇਖੋ, ਇਹ ਲਿਖਿਆ ਵਿੱਚ ਕਿਹੜੇ ਵਾਤਾਵਰਨ ਅਨੁਕੂਲ ਅਭਿਆਸ ਹਨ। ਖਰੀਦਦਾਰੀ ਕਰਦੇ ਸਮੇਂ ਖਰੀਦਦਾਰੀ ਕਰਨ ਲਈ ਕੱਪੜੇ ਦੇ ਬੈਗ ਲੈ ਕੇ ਜਾਣਾ, ਬੇਲੋੜੀਆਂ ਲਾਈਟਾਂ ਅਤੇ ਪੱਖਿਆਂ ਨੂੰ ਬੰਦ ਕਰਨਾ, ਆਪਣੀ ਮਾਂ ਨੂੰ ਆਪਣੇ ਸਕੂਟਰ ਦੇ ਲਿਆਉਣ ਦੀ ਬਜਾਏ ਸਕੂਲ ਜਾਣਾ। ਉਪਰੋਕਤ ਸਾਰੇ, ਕਿਹੜਾ ਆਨਸਰ ਆਊ ਇਹਦੇ ਵਿੱਚ? ਉਪਰੋਕਤ ਸਾਰੇ। ਨੈਕਸਟ ਦੇਖੋ, ਇੱਕ ਉਹ ਕਾਰਕ ਜਿਨ੍ਹਾਂ ਤੇ ਕੰਡਕਟਰ ਦਾ ਵਿਰੋਧ ਨਿਰਭਰ ਕਰਦਾ ਹੈ। ਠੀਕ ਹੈ, ਕਿਤੇ ਵਿਰੋਧ ਨਿਰਭਰ ਕਰਦਾ, ਕਿਤੇ ਡਿਪੈਂਡ ਕਰਦਾ ਬੇਟਾ ਜੀ? ਇਸ ਦੀ ਲੰਬਾਈ 'ਤੇ, ਕ੍ਰਾਸ ਸੈਕਸ਼ਨ ਦੇ ਖੇਤਰ 'ਤੇ, ਇਸ ਦੀ ਸਮੱਗਰੀ ਦੀ ਪ੍ਰਕਿਰਤੀ 'ਤੇ। ਉਪਰੋਕਤ ਸਾਰੇ। ਠੀਕ ਹੈ, ਇਹ ਕਿ ਏਰੀਆ ਆਫ ਕ੍ਰਾਸ ਸੈਕਸ਼ਨ ਮੀਨਸ ਇਹਦਾ ਖੇਤਰਫਲ, ਲੰਬਾਈ ਹੋ ਗਈ, ਇਹਦੀ ਸਮੱਗਰੀ ਕਿ ਕਿਹੋ ਜਿਹੀ ਪ੍ਰਕਿਰਤੀ 'ਤੇ ਬਣਿਆ ਹੋਇਆ। ਠੀਕ ਹੈ, ਇਹ ਸਾਰਿਆਂ 'ਤੇ ਹੀ ਡਿਪੈਂਡ ਕਰਦਾ। ਮੀਨਸ ਕਿਹੜਾ ਆਨਸਰ ਆਊਗਾ ਆਪਣੇ ਕੋਲ? ਡੀ ਆਪਸ਼ਨ। ਸ਼ੀਸ਼ੇ ਦੇ ਪਿੱਛੇ ਜੋ ਚਿੱਤਰ ਬਣਦਾ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ? ਠੀਕ ਹੈ ਜੀ, ਉਹਨੂੰ ਕੀ ਬੋਲਦੇ ਹਾਂ ਆਪਾਂ? ਵਰਚੁਅਲ। ਵਰਚੁਅਲ ਨੂੰ ਆਪਾਂ ਪੰਜਾਬੀ 'ਚ ਕੀ ਬੋਲਦੇ ਹਾਂ? ਆਭਾਸੀ। ਠੀਕ ਹੈ, ਵਰਚੁਅਲ ਨੂੰ ਪੰਜਾਬੀ 'ਚ ਕੀ ਬੋਲਦੇ ਹਾਂ? ਆਭਾਸੀ। ਨੈਕਸਟ, ਹੇਠ ਦਿੱਤੀ ਸੂਚੀ ਵਿੱਚੋਂ ਉਹ ਚੀਜ਼ ਚੁਣੋ ਜੋ ਕੁਦਰਤੀ ਸਰੋਤ ਨਹੀਂ ਹੈ। ਇਹਦੇ ਵਿੱਚ ਕਿਹੜੀ ਚੀਜ਼ ਆ ਉਹ ਕੁਦਰਤੀ ਸਰੋਤ ਨਹੀਂ ਹੈ? ਕਿਹੜੀ ਬੇਟਾ ਜੀ? ਉਹ ਸੀ ਬਿਜਲੀ। ਇੱਕ ਵਿੰਡ ਐਨਰਜੀ। ਠੀਕ ਹੈ, ਫਾਰਮ ਦੁਆਰਾ ਬਿਜਲੀ ਪੈਦਾ ਕਰਨ ਲਈ ਹਵਾ ਦੀ ਘੱਟੋ ਘੱਟ ਗਤੀ ਕਿੰਨੀ ਹੋਣੀ ਚਾਹੀਦੀ ਹੈ? ਠੀਕ ਹੈ, ਪਵਨ ਸ਼ਕਤੀ ਜਿਹਨੂੰ ਬੋਲਦੇ ਬੇਟਾ ਪਵਨ ਸ਼ਕਤੀ। ਵਿੰਡ ਐਨਰਜੀ ਮਤਲਬ ਕਿ ਪਵਨ ਸ਼ਕਤੀ ਕਿੰਨੀ ਹੋਣੀ ਚਾਹੀਦੀ? ਘੱਟੋ ਘੱਟ 15 ਕਿਲੋਮੀਟਰ ਪ੍ਰਤੀ ਘੰਟਾ। ਮੀਨਸ ਡੀ ਆਪਸ਼ਨ। ਠੀਕ ਹੈ, ਨੈਕਸਟ ਦੇਖੋ, ਸਾਨੂੰ ਆਪਣੇ ਸਰੋਤਾਂ ਨੂੰ ਧਿਆਨ ਨਾਲ ਵਰਤਣ ਦੀ ਲੋੜ ਕਿਉਂ ਹੈ? ਠੀਕ ਹੈ, ਕਿਉਂਕਿ ਅਸੀਮਤ ਨਹੀਂ ਹਨ, ਕਿਉਂਕਿ ਇਹਨਾਂ ਦੀ ਮੰਗ ਘੱਟ ਦਰ ਨਾਲ ਵੱਧ ਰਹੀ ਹੈ। ਸੀ ਹੈਗਾ, ਇਹਨਾਂ ਸਰੋਤਾਂ ਦੀ ਨਿਕਾਸੀ ਦੌਰਾਨ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਉਪਰੋਕਤ ਸਾਰੇ, ਕਿਹੜਾ ਆਨਸਰ ਆਊਗਾ ਆਪਣੇ ਕੋਲ? ਉਪਰੋਕਤ ਸਾਰੇ। ਨੈਕਸਟ ਵਨ, ਹੇਠ ਲਿਖੀ ਭੋਜਨ ਲੜੀ ਵਿੱਚ ਸੈਕੰਡਰੀ ਖਪਤਕਾਰ ਦੀ ਪਹਿਚਾਣ ਕਰੋ। ਦੇਖੋ, ਪਹਿਲਾਂ ਬੇਟਾ ਘਾਹ ਆ, ਫਿਰ ਘਾਹ, ਫਿਰ ਡੱਡੂ, ਫਿਰ ਸੱਪ। ਠੀਕ ਹੈ, ਇਹ ਤਾਂ ਬੇਟਾ ਬਣਾਉਣ ਵਾਲੇ ਹੋ ਗਏ, ਇਹ ਪ੍ਰਾਇਮਰੀ ਹੋ ਗਏ, ਇਹ ਸੈਕੰਡਰੀ ਹੋ ਗਏ। ਸੈਕੰਡਰੀ ਕੀ ਹੋ ਗਿਆ ਆਪਣੇ ਕੋਲ? ਡੱਡੂ। ਨੈਕਸਟ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਘਟਨਾ ਕੀ ਹੈ? ਕੀ ਹੁੰਦੀ ਬੇਟਾ ਜੀ ਇਹ? ਇਹਦੀ ਆਪਸ਼ਨ ਹੈ ਆਪਣੇ ਕੋਲ ਡੀ, ਇੱਕ ਇਲੈਕਟ੍ਰੋਨਿਕ ਮੋਟਰ ਦੀ ਇੱਕ ਕੋਇਲ ਨੂੰ ਘੁਮਾਉਣ ਦੀ ਪ੍ਰਕਿਰਿਆ। ਕੋਇਲ, ਇਹਨੂੰ ਪੰਜਾਬੀ 'ਚ ਕੀ ਬੋਲਦੇ ਆ? ਕੁੰਡਲੀ। ਠੀਕ ਹੈ ਜੀ, ਕੀ ਬੋਲਦੇ ਆ? ਕੁੰਡਲੀ। ਇੱਕ ਇਲੈਕਟ੍ਰੋਨਿਕ ਮੋਟਰ ਦੀ ਇੱਕ ਕੁੰਡਲੀ ਨੂੰ ਘੁਮਾਉਣ ਦੀ ਪ੍ਰਤੀਕਿਰਿਆ। ਮੀਨਸ ਡੀ ਆਪਸ਼ਨ। ਠੀਕ ਹੈ ਬੇਟਾ, ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਬੱਚਿਆਂ ਦੀ ਬਹੁਤ ਡਿਮਾਂਡ ਆ ਰਹੀ ਸੀ ਪੰਜਾਬੀ ਦੇ ਵਿੱਚ। ਇਹ ਚੰਗੀ ਤਰ੍ਹਾਂ ਤੁਸੀਂ ਨੋਟ ਕਰ ਲੈਣਾ, ਜੇ ਕੋਈ ਗਲਤੀ ਹੋ ਗਈ ਤਾਂ ਮਾफ़ ਕਰ ਦੇਣਾ। ਨੈਕਸਟ ਹੈ, ਹੇਠਾਂ ਦਿੱਤੇ ਸਮੂਹਾਂ ਵਿੱਚੋਂ ਕਿਸ ਵਿੱਚ ਸਿਰਫ ਬਾਇਓਡਿਗਰੇਬਲ ਵਸਤੂਆਂ ਹਨ? ਬਾਇਓਡਿਗਰੇਬਲ ਵਸਤੂਆਂ ਕਿਹੜੀਆਂ ਹੁੰਦੀਆਂ ਨੇ? ਜਿਵੇਂ ਘਾਹ, ਫੁੱਲ, ਚਮੜਾ। ਠੀਕ ਹੈ ਜੀ, ਨੈਕਸਟ ਹੈ, ਦੁਆਰਾ ਵਾਤਾਵਰਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਵਾਤਾਵਰਨ ਦੀ ਗੁਣਵੱਤਾ 'ਚ ਕਿਵੇਂ ਸੁਧਾਰ ਕਰ ਸਕਦੇ ਹਾਂ ਆਪਾਂ? ਇਹਨੂੰ ਸੰਭਾਲ ਕਰਕੇ। ਠੀਕ ਹੈ ਜੀ, ਨੈਕਸਟ ਦੇਖੋ, ਇੱਕ AC ਜਨਰੇਟਰ ਅਤੇ ਇੱਕ DC ਜਨਰੇਟਰ ਵਿੱਚ ਜ਼ਰੂਰੀ ਅੰਤਰ ਇਹ ਹੈ। ਕੀ ਅੰਤਰ ਹੁੰਦਾ ਇਹਦੇ ਵਿੱਚ ਬੇਟਾ? ਡੀ ਆਪਸ਼ਨ ਆਏਗਾ। AC ਜਨਰੇਟਰ ਜਿਹੜਾ ਵਿੱਚ ਸਲਿੱਪ ਰਿੰਗ ਹੁੰਦੇ ਹਨ। ਠੀਕ ਹੈ, ਜਦੋਂ ਕਿ DC ਜਨਰੇਟਰ ਵਿੱਚ ਇੱਕ ਕਮਿਊਟੇਟਰ ਹੁੰਦਾ ਹੈ। ਠੀਕ ਹੈ, ਕਿਹੜਾ ਆਨਸਰ ਆਊਗਾ? ਡੀ ਆਪਸ਼ਨ। ਨੈਕਸਟ ਹੈ, ਸੋਲਰ ਵਾਟਰ ਹੀਟਰ ਦੀ ਵਰਤੋਂ ਗਰਮ ਪਾਣੀ ਲੈਣ ਲਈ ਨਹੀਂ ਕੀਤੀ ਜਾ ਸਕਦੀ। ਕਦੋਂ ਨਹੀਂ ਕਰ ਸਕਦੇ? ਇੱਕ ਬੱਦਲਵਾਈ ਵਾਲਾ ਜਦੋਂ ਦਿਨ ਹੁੰਦਾ ਹੈ। ਠੀਕ ਹੈ ਜੀ, ਨੈਕਸਟ ਹੈ, ਚਿਪਕੋ ਅੰਦੋਲਨ ਦੀ ਸ਼ੁਰੂਆਤ ਕਿੱਥੇ ਹੋਈ ਸੀਗੀ? ਗੜਵਾਲ ਦੇ ਵਿੱਚ। ਠੀਕ ਹੈ, ਕਿਹੜਾ ਆਨਸਰ ਆ? ਬੀ ਆਪਸ਼ਨ। ਨੈਕਸਟ, ਇਲੈਕਟ੍ਰਿਕ ਕਰੰਟ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਯੰਤਰ ਨੂੰ ਆਪਾਂ ਕੀ ਬੋਲਦੇ ਹਾਂ? ਠੀਕ ਹੈ, ਕਰੰਟ ਕਿਹਦੇ ਨਾਲ ਪੈਦਾ ਹੁੰਦਾ ਜੀ? ਜਨਰੇਟਰ। ਠੀਕ ਹੈ ਜੀ, ਨੈਕਸਟ ਹੈ, ਇਹਨਾਂ ਵਿੱਚੋਂ ਕਿਹੜਾ ਇੱਕ ਲੰਬੀ ਸਿੱਧੀ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ?
ਇਹਦਾ ਆਨਸਰ ਬੇਟਾ ਜੀ ਲਾਸਟ ਡੀ, ਫੀਲਡ ਵਿੱਚ ਤਾਰ ਉੱਤੇ ਕੇਂਦਰੀ ਚੱਕਰ ਹੁੰਦੇ ਹਨ। ਇਹਨੂੰ ਬੇਟਾ ਤੁਸੀਂ ਇਦਾਂ ਕਰ ਲੈਣਾ, ਫੀਲਡ ਵਿੱਚ, ਠੀਕ ਹੈ, ਤਾਰ ਉੱਤੇ ਜਿਹੜੇ ਕੇਂਦਰਿਤ, ਇੱਥੇ ਕੀ ਆ ਜਾਊਗਾ, ਸਮਕੇਂਦਰੀ ਚੱਕਰ ਹੁੰਦੇ ਹਨ, ਕਿਉਂਕਿ ਉਹਨਾਂ ਦਾ ਜਿਹੜਾ ਕੇਂਦਰ ਆ ਉਹ ਇੱਕੋ ਹੁੰਦਾ ਹੈ, ਸਮਕੇਂਦਰੀ, ਦਿਸ ਵਨ, ਠੀਕ ਹੈ ਜੀ, ਦਿਸ ਵਨ, ਜਿਨ੍ਹਾਂ ਦਾ ਕੇਂਦਰ ਇੱਕੋ ਹੋਵੇ। ਫੀਲਡ ਵਿੱਚ ਤਾਰ ਉੱਤੇ ਕੇਂਦਰਿਤ, ਜਿਵੇਂ ਦਿਸ ਵਨ ਇਜ਼ ਵਾਇਰ, ਠੀਕ ਹੈ, ਕੇਂਦਰੀ ਸਮਕੇਂਦਰੀ ਚੱਕਰ ਹੁੰਦੇ ਹਨ। ਕਲੀਅਰ ਹੋ ਗਿਆ ਜੀ। ਨੈਕਸਟ ਵਨ, ਸਾਡੇ ਦੁਆਰਾ ਵਰਤੇ ਜਾਣ ਵਾਲੇ ਊਰਜਾ ਦੇ ਜ਼ਿਆਦਾਤਰ ਸਰੋਤ ਸਟੋਰ ਕੀਤੀ ਸੂਰਜੀ ਊਰਜਾ ਨੂੰ ਦਰਸਾਉਂਦੇ ਹਨ। ਹੇਠਾਂ ਦਿੱਤੇ ਵਿੱਚੋਂ ਕਿਹੜਾ ਅੰਤਮ ਰੂਪ ਵਿੱਚ ਸੂਰਜ ਦੀ ਊਰਜਾ ਤੋਂ ਪ੍ਰਾਪਤ ਨਹੀਂ ਹੁੰਦਾ ਹੈ, ਠੀਕ ਹੈ ਜੀ, ਕਿਹੜਾ ਪ੍ਰਾਪਤ ਨਹੀਂ ਹੁੰਦਾ, ਪਰਮਾਣੂ ਊਰਜਾ। ਨੈਕਸਟ ਵਨ, ਸ਼ਾਰਟ ਸਰਕਟ ਦੇ ਸਮੇਂ ਸਰਕਟ ਵਿੱਚ ਜਿਹੜਾ ਕਰੰਟ ਆ ਉਹ ਕੀ ਹੁੰਦਾ ਹੈ, ਬਹੁਤ ਜ਼ਿਆਦਾ ਵੱਧਦਾ ਹੈ, ਠੀਕ ਹੈ ਜੀ। ਨੈਕਸਟ ਹੈ, ਹੇਠਾਂ ਦਿੱਤੇ ਵਿੱਚੋਂ ਕਿਹੜਾ ਬਾਇਓਮਾਸ ਊਰਜਾ ਸਰੋਤ ਦੇ ਉਦਾਹਰਨ ਨਹੀਂ ਹੈ, ਕਿਹੜਾ ਇਹਦੇ 'ਚ ਉਦਾਹਰਨ ਨਹੀਂ ਹੈਗਾ, ਪਰਮਾਣੂ ਊਰਜਾ। ਕਲੀਅਰ ਹੋ ਗਿਆ ਜੀ। ਬੇਟਾ ਜੀ ਮੈंने ਕੋਸ਼ਿਸ਼ ਕੀਤੀ ਆ, ਠੀਕ ਹੈ, ਐਕਸਪਲੇਨ ਕਰਨ ਦੀ ਪੰਜਾਬੀ ਦੇ ਵਿੱਚ, ਗੂਗਲ ਲੈਂਸ ਦੀ ਹੈਲਪ ਨਾਲ ਕੋਈ ਗਲਤੀ ਹੋਵੇ ਤਾਂ ਮਾफ़ ਕਰ ਦੇਣਾ ਬੇਟਾ ਜੀ। ਥੈਂਕਸ ਬੇਟਾ ਫॉर वाचिंग दिस वीडियो।